Okay, let's continue with the third video. So जो M phase है ਉਹਦੇ ਵਿੱਚ ਬੇਟਾ ਦੋ processes ਆਉਂਦੇ, that is karyokinesis and cytokinesis. Karyokinesis ਸਭ ਤੋਂ ਪਹਿਲਾਂ ਹੁੰਦੀ ਹੈ ਜਿਸ ਚ division of nucleus ਹੁੰਦੀ ਹੈ and cytokinesis ਬਾਅਦ ਵਿੱਚ ਹੁੰਦੀ ਹੈ. M phase ਚ ਹਮੇਸ਼ਾ nucleus ਪਹਿਲਾਂ divide ਕਰੇਗਾ cell ਦਾ and after that cytokinesis ਹੋਏਗੀ, cytoplasm ਬਾਅਦ ਚ divide ਕਰੇਗਾ. ਠੀਕ ਹੈ. So now this is a journal ਜੋ ਅਸੀਂ ਡਿਸਕਸ ਕੀਤਾ ਹੀ ਐਂਡ ਜਿਹਦੇ ਵਿੱਚ ਅਸੀਂ ਸੈਲ ਸਾਈਕਲ ਡਿਸਕਸ ਕੀਤਾ. ਡੈਫੀਨੇਟਲੀ ਇੱਕ ਸੈਪਰੇਟ ਟੌਪਿਕ ਬਣ ਕੇ ਆ ਸਕਦਾ ਹੈ ਕਿ ਡਿਸਕ੍ਰਾਈਬ ਅਬਾਊਟ ਦਾ ਸੈਲ ਸਾਈਕਲ, ਜਿਹਦੇ ਵਿੱਚ ਤੁਸੀਂ ਇੱਕ ਜਨਰਲ ਵਿਊ ਦੋਗੇ, ਸੈਲ ਸਾਈਕਲ ਦੀ ਡਾਇਗਰਾਮ ਦੋਗੇ ਐਂਡ ਆਫਟਰ ਦੈਟ ਇੰਟਰਫੇਸ ਉਹਦੇ ਵਿੱਚ ਤੁਸੀਂ ਡਿਸਕਸ ਕਰੋਗੇ, ਜਿਹਦੇ ਵਿੱਚ 3 ਫੇਸ ਮੇਨ ਆਉਂਦੇ, ਦੈਟ ਇਜ਼ G1, S, G2 ਐਂਡ M ਫੇਸ. ਸਿੰਪਲ M ਫੇਸ ਦਾ ਜਨਰਲ ਤੁਸੀਂ ਦੱਸੋਗੇ. ਠੀਕ ਹੈ. ਨਾਓ ਜੋ ਸਾਡਾ ਸੈਕਿੰਡ ਟੌਪਿਕ ਸੀ ਦੈਟ ਇਜ਼ ਸੈਲ ਡਿਵੀਜ਼ਨ. ਠੀਕ ਆ. ਜੋ ਸਾਡਾ ਸੈਕਿੰਡ ਟੌਪਿਕ ਸੀ ਬੇਟਾ ਦੈਟ ਇਜ਼ ਸੈਲ ਡਿਵੀਜ਼ਨ. ਸੋ ਜਿਹਦੇ ਵਿੱਚ ਅਸੀਂ ਇੰਪੋਰਟੈਂਟ ਸੈਲ ਡਿਵੀਜ਼ਨ ਦੀ ਕੀ ਸੀ, ਬਿਕੋਜ਼ ਬੇਟਾ ਮਲਟੀ ਸੈਲੂਲਰ ਜਿਹੜੇ ਆਰਗੈਨਿਜ਼ਮ ਨੇ ਜੋ ਇੱਕ ਸੈਲ ਤੋਂ ਦੋ ਸੈਲ, ਇੱਕ ਸੈਲ ਤੋਂ ਜ਼ਿਆਦਾ ਸੈਲਸ ਦੇ ਬਣੇ ਹੋਏ ਨੇ, ਡੈਫੀਨੇਟਲੀ ਉਹਨਾਂ ਨੂੰ ਸੈਲਸ ਡਿਵਾਈਡ ਕਰਨੇ ਪੈਂਦੇ ਨੇ. ਸੋ ਉਹਦੇ ਵਿੱਚ ਮੋਡ ਆਫ ਡਿਵੀਜ਼ਨਸ ਇਨਕਲੂਡਡ ਹੈ, ਦੈਟ ਇਜ਼ ਅਮਾਈਟੋਸਿਸ, ਮਾਈਟੋਸਿਸ ਐਂਡ ਮਾਇਓਸਿਸ. ਅਮਾਈਟੋਸਿਸ ਬੇਟਾ ਜਿਹਦੇ ਵਿੱਚ ਤੁਸੀਂ ਕਹਿ ਲਓ ਕਿ ਵਿਦਆਊਟ ਸੈਕਸ਼ੂਅਲ ਇੰਟਰੈਕਸ਼ਨਸ ਉਹ ਡਿਵੀਜ਼ਨਸ ਹੁੰਦੀਆਂ ਨੇ. ਸੋ ਜੋ ਅਸੀਂ ਸਟੱਡੀ ਕਰਨੀ ਹੈ ਦੈਟ ਇਜ਼ ਮਾਈਟੋਸਿਸ ਐਂਡ ਮਾਇਓਸਿਸ. ਠੀਕ ਹੈ. ਸੋ ਮੇਨਟੇਨੈਂਸ ਆਫ ਬੋਡੀ ਲਈ, ਰਿਪੇਅਰਿੰਗ ਲਈ, ਗਰੋਥ ਲਈ ਸੈਲ ਡਿਵੀਜ਼ਨ ਬਹੁਤ ਹੀ ਜ਼ਰੂਰੀ ਹੈਗੀ ਆ. ਠੀਕ ਹੈ. ਸੋ ਜਿਹਦੇ ਵਿੱਚ ਅਸੀਂ ਦੋ ਟੌਪਿਕਸ ਜਿਹੜੇ ਸਾਡੇ ਸਿਲੇਬਸ ਦੈਟ ਇਜ਼ ਮਾਈਟੋਸਿਸ ਐਂਡ ਮਾਇਓਸਿਸ ਜੋ ਕਿ ਅਸੀਂ ਡਿਸਕਸ ਕਰਨੇ ਆ. ਸੋ ਮੈਂ ਇੱਕ ਜਰਨਲ ਜਿਹਾ ਵਿਊ ਦੇਣ ਲੱਗੀ ਹਾਂ ਬੇਟਾ ਤੁਹਾਨੂੰ ਮਾਈਟੋਸਿਸ ਦਾ. ਦੈਟ ਇਜ਼ ਡਿਸਕਵਰੀ ਜੋ ਫਸਟ ਡਿਸਕਵਰਡ ਬਾय ਜਰਮਨ ਬਾਇਓਲੋਜਿਸਟ ਐਡਵਰਡ ਸਟੈਸਬਰਗਰ. ਠੀਕ ਹੈ. ਬਹੁਤ ਇੰਪੋਰਟੈਂਟ ਹੈ ਕਿ ਬੇਟਾ ਤੁਸੀਂ ਸਾਇੰਟਿਸਟ ਦਾ ਨਾਮ ਜਾਣੋ ਜੋ ਹੈ ਮਾਈਟੋਸਿਸ, ਬਿਕੋਜ਼ ਦਿਸ ਇਜ਼ ਅ ਮੇਨ ਕੰਸੈਪਟ ਦੈਟ ਇਜ਼ ਗਿਵਨ ਬਾय ਦਾ ਸਾਇੰਟਿਸਟ ਐਡਵਰਡ ਸਟੈਸਬਰਗ, ਜਿਸ ਦੇ ਅਕੋਰਡਿੰਗ ਅਸੀਂ ਦੱਸ ਸਕਦੇ ਹਾਂ ਕਿ ਮਲਟੀ ਸੈਲਰ ਆਰਗੈਨਿਜ਼ਮ ਕਿਸ ਤਰ੍ਹਾਂ ਬਿਲਡਅਪ ਹੁੰਦੀ ਆ. ਸੋ ਪਲਾਂਟ ਸੈਲ ਚ ਉਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ 1875 ਚ ਆਬਜ਼ਰਵ ਕੀਤਾ ਸੀ. ਆਫਟਰ ਦੈਟ ਅਨਦਰ ਇੱਕ ਜਰਮਨ ਬਾਇਓਲੋਜਿਸਟ ਸੀ ਵਰਥਰ ਫਲੈਮਿੰਗ, ਜਿਹਨੇ ਐਨੀਮਲ ਸੈਲ ਦੇ ਵਿੱਚ ਇਹਨਾਂ ਨੂੰ ਆਬਜ਼ਰਵ ਕੀਤਾ ਸੀ. ਨਾਓ ਅਕਰੈਂਸ ਇਟ ਟੇਕਸ ਪਲੇਸ ਇਨ ਦਾ ਸਮੈਟਿਕ ਸੈਲਸ ਇਨ ਦਾ ਐਨੀਮਲਸ ਐਂਡ ਇਟ ਇਜ਼ ਨੋਨ ਐਜ਼ ਸਮੈਟਿਕ ਡਿਵੀਜ਼ਨ. It occurs in grand also multiplication of undifferentiated germ cells. Now ਜਦੋਂ ਮੈਂ ਇਹ ਜਨਰਲ ਵਿਊ ਦੇ ਰਹੀ ਹਾਂ, ਸੋ ਮਾਈਟੋਸਿਸ ਦਾ ਮਤਲਬ ਕੀ ਹੈ ਬੇਟਾ, ਮੈਂ ਇੱਕ ਜਨਰਲ ਵਿਊ ਦੇ ਵਿੱਚ ਤੁਹਾਨੂੰ ਡਿਸਕਸ ਕਰਨੀ. ਵਟ ਯੂ ਮੀਨ ਬਾਈ ਮਾਈਟੋਸਿਸ. ਮਾਈਟੋਸਿਸ ਬੇਟਾ ਮਤਲਬ ਹੈਗਾ ਵਾ ਕਿ ਡਿਵੀਜ਼ਨ ਹੋਣੀ, ਕਿ ਇੱਕ ਸੈਲ ਤੋਂ ਸਿੰਪਲ ਦੋ ਸੈਲ ਬਣਨੇ. ਠੀਕ ਹੈ. ਇੱਕ ਸੈਲ ਤੋਂ ਦੋ ਸੈਲ ਬਣਨੇ ਜੋ ਕਿ ਹੂਬਹੂ, ਠੀਕ ਹੈ, ਸਿਮਿਲਰ ਹੋਣਗੇ ਵਿਦ ਡਾਟਰ ਸੈਲ. ਅਗਰ ਮੈਂ ਇਹਨਾਂ ਨੂੰ ਡਾਟਰ ਸੈਲਸ ਬੋਲ ਰਹੀ ਹਾਂ, ਠੀਕ ਹੈ, ਇਹ ਡਾਟਰ ਸੈਲ ਆਪਣੇ ਪੇਰੈਂਟ ਸੈਲ ਦੇ ਹੂਬਹੂ ਕੀ ਹੋਣਗੇ, ਕਾਪੀਜ਼ ਹੋਣਗੀਆਂ. ਇਟ ਮੀਨਸ ਤੁਸੀਂ ਕਹਿ ਸਕਦੇ ਹੋ ਕਿ ਕਾਪੀਜ਼ ਬਣ ਰਹੀਆਂ ਨੇ ਮਾਈਟੋਸਿਸ ਦੇ ਵਿੱਚ, ਕਾਪੀਜ਼ ਬਣ ਰਹੀਆਂ ਨੇ. ਸੋ ਕਾਪੀਜ਼ ਕਿਸ ਤਰ੍ਹਾਂ ਬਣ ਰਹੀਆਂ ਹੈ ਬੇਟਾ, there are two types of cell is present in our body, that is one is somatic cells. ਆਪਣੇ ਅੰਦਰ ਦੋ ਤਰ੍ਹਾਂ ਦੇ cells ਨੇ, one is somatic cell, another is gametic cells. somatic cell ਬੇਟਾ ਸਾਡੀ ਬੋਡੀ ਬਿਲਡਿੰਗ ਕਰਨ ਲਈ, ਗਰੋਥ ਕਰਨ ਲਈ ਹੈਲਪ ਕਰਦੀ ਹੈ. somatic ਮਤਲਬ ਜੋ ਕਿ simple cells, stem cells, you can say that stem cells. ਅਗਰ ਮੈਂ ਕਹਾਂ ਕਿ ਮੈਂ ਇੱਕ ਵਾਲ ਖੜੀ ਕਰਨੀ ਹੈ ਤੇ ਮੈਂ ਇੱਕ ਸਿਮਿਲਰ, ਅਸੀਂ ਆਪਣੇ ਘਰ ਦੀ ਅਗਰ ਵਾਲ ਖੜੀ ਕਰਦੇ ਅਸੀਂ ਸਿਮਿਲਰ ਜੋ ਟਾਈਲਸ ਲੈ ਕੇ ਆਉਂਦੇ ਹਾਂ ਔਰ ਸਿਮਿਲਰ ਟਾਈਲਸ ਹੀ ਯੂਜ਼ ਕਰਕੇ ਅਸੀਂ ਇੱਕ ਪੂਰੀ ਵਾਲ ਖੜੀ ਕਰਦੇ ਹਾਂ. ਇਟ ਮੀਨਸ ਕਿ ਇੱਕ ਸੈਲ ਹੀ ਜਾਂ ਇੱਕ ਸੈਲ ਦੇ ਵਰਗਾ ਹੀ ਦੂਸਰਾ ਸੈਲ ਜੋ ਉਹਦੇ ਤੋਂ ਬਣਿਆ, ਮਤਲਬ ਅਗਰ ਜਿੰਨੇ ਵੀ ਇਹ ਫਰਦਰ, ਅਗਰ ਇਹ ਡਿਵਾਈਡ ਕਰੇਗੇ ਫਰਦਰ ਦੋ ਚ ਡਿਵਾਈਡ ਹੋਏਗਾ, ਇਹ ਫਰਦਰ ਦੋ ਚ ਡਿਵਾਈਡ ਹੋਏਗਾ. ਠੀਕ ਹੈ. ਸੋ ਕਹਿਣ ਦਾ ਮਤਲਬ ਹੈਗਾ ਹੈ ਕਿ ਇਹ ਜੋ ਸੈੱਲ ਹੈ ਉਹ ਆਪਣੀ ਸਿਮਿਲਰ ਕਾਪੀਜ਼ ਬਣਾ ਰਿਹਾ ਹੈ. ਸੋ ਦੈਟ ਇਜ਼ ਸੋਮੈਟਿਕ ਸੈਲ, ਦੈਟ ਇਜ਼ ਸਟੈਮ ਸੈਲ ਜੋ ਤੁਹਾਡੀ ਬੋਡੀ ਖੜੀ ਕਰ ਰਹੀ ਨੇ. ਇੱਕ ਸੈੱਲ ਹੈ, ਅਗਰ ਉਹ ਮਸਲ ਸੈੱਲ ਹੈ ਤਾਂ ਮਸਲ ਸੈੱਲ ਹੀ ਬਣਾ ਰਿਹਾ ਹੈ, ਅਗਰ ਉਹ ਆਈ ਸੈੱਲ ਹੈ ਤਾਂ ਉਹ ਆਈ ਸੈੱਲ ਹੀ ਬਣਾ ਰਿਹਾ ਹੈ. ਨਾਓ ਵਟ ਇਜ਼ ਗੈਮੈਟਿਕ ਸੈਲਸ.
ਗਮੈਟਿਕ ਸੈਲਸ ਮਤਲਬ ਬੇਟਾ ਜੋ ਗਮੀਟਸ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ, ਡੈਟ ਇਜ਼ ਰਿਪਰੋਡਕਟਿਵ ਯੂਨਿਟਸ। ਠੀਕ ਹੈ, ਸੋ ਮਾਈਟੋਸਿਸ ਜਿਹੜੀ ਉਹ ਸਿਰਫ ਸਟੈਮ ਸੈਲਸ ਚ ਹੁੰਦੀ ਹੈ, ਨਾ ਕਿ ਗੈਮੈਟਿਕ ਸੈਲਸ। ਜੋ ਮਾਇਓਸਿਸ ਹੁੰਦੀ ਆ that occur in gametic cells ਉਹ ਗਮੀਟਸ ਬਣਾਉਣ ਚ ਹੈਲਪ ਕਰਦੀ ਹੈ, ਜਦ ਕਿ ਮਾਈਟੋਸਿਸ ਆ ਉਹ ਕਿਹਦੇ ਚ ਡਿਵੀਜ਼ਨ ਹੁੰਦੀ ਹੈ, that is in somatic cells। ਸਮੈਟਿਕ ਸੈਲਸ ਹੀ ਬੇਟਾ ਜਦੋਂ ਅਗਰ ਮੈਂ ਸਟਾਰਟਿੰਗ ਚ ਬੇਸਿਕਲੀ ਗੱਲ ਕਰਾਂ ਤਾਂ ਜਦੋਂ ਇੱਕ ਬੇਬੀ ਬਣਦਾ ਹੈ ਤਾਂ ਫਸਟ ਆਫ ਆਲ ਇੱਕ ਸਮੈਟਿਕ ਸੈਲਸ ਲੈ ਕੇ ਹੀ ਬਣਦਾ ਹੈ। ਆਫਟਰ ਡੈਟ ਗਮੇਟਿਕ ਸੈਲਸ ਜਿਹੜੇ ਉਹ ਸਮੈਟਿਕ ਸੈਲਸ ਤੋਂ ਹੀ ਕਨਵਰਟ ਹੁੰਦੇ ਨੇ ਐਂਡ ਦੇ ਫਾਰਮ ਆ ਗੈਮੀਟਸ। ਠੀਕ ਹੈ, ਸੋ ਮਾਈਟੋਸਿਸ ਜਿਹੜਾ ਪ੍ਰੋਸੈਸ ਆ ਉਹ ਸਮੈਟਿਕ ਸੈਲਸ ਚ ਹੁੰਦਾ ਹੈ, ਜਦ ਕਿ ਜੋ ਮਾਇਓਸਿਸ ਹੈ ਸੈਕਿੰਡ ਪ੍ਰੋਸੈਸ ਆ ਮਾਇਓਸਿਸ। ਮੈਂ ਦੋ ਵਰਡ ਯੂਜ਼ ਕਰ ਰਹੀ ਹਾਂ ਬੇਟਾ, ਮਾਈਟੋਸਿਸ ਜੋ ਕਿ ਸਮੈਟਿਕ ਸੈਲਸ ਚ ਹੁੰਦਾ ਹੈ, ਦੂਸਰਾ ਦੈਟ ਇਜ਼ ਮਾਇਓਸਿਸ ਜੋ ਕਿ ਗੈਮੇਟਿਕ ਸੈਲਸ ਚ ਹੁੰਦਾ ਹੈ। ਠੀਕ ਹੈ, ਸੋ ਹੋਪ ਯੂ ਕਲੀਅਰ ਦਿਸ ਟੌਪਿਕ, ਇੱਕ ਜਨਰਲ ਵਿਊ ਤੁਸੀਂ ਕਲੀਅਰ ਕਰ ਚੁੱਕੇ ਹੋ। ਠੀਕ ਹੈ, ਸੋ ਬੇਟਾ ਇੰਟਰਫੇਸ ਦੋਨਾਂ ਦੇ ਵਿੱਚ ਸੇਮ ਰਹੇਗਾ, ਜੋ ਵੀ ਤੁਸੀਂ ਸੈਲ ਸਾਈਕਲ ਦੇ ਵਿੱਚ ਇੰਟਰਫੇਸ ਮੈਂ ਤੁਹਾਨੂੰ ਹੁਣੇ ਸਟੱਡੀ ਕੀਤਾ ਉਹ ਦੋਨਾਂ ਦੇ ਵਿੱਚ ਸੇਮ ਰਹੇਗਾ। ਠੀਕ ਹੈ, ਜੋ ਵੀ ਹੋਏਗਾ, ਅਗਰ ਤੁਹਾਨੂੰ ਪੂਰਾ ਮਾਈਟੋਸਿਸ ਤੇ ਮਾਇਓਸਿਸ ਦਾ ਪ੍ਰੋਸੈਸ ਲਿਖਣ ਨੂੰ ਆਂਦਾ ਹੈ ਇਨ ਦਾ ਲੌਂਗ ਕੁਐਸਚਨ ਦੇ ਵਿੱਚ, ਤਾਂ ਤੁਸੀਂ ਦੋਨਾਂ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਫੇਸ ਤੋਂ ਹੀ ਸਟਾਰਟ ਕਰੋਗੇ। ਇੰਟਰਫੇਸ ਦੋਨਾਂ ਦੇ ਵਿੱਚ ਸੇਮ ਆਏਗਾ। ਠੀਕ ਹੈ, ਬਟ ਜਦੋਂ ਤੁਸੀਂ ਮਾਈਟੋਸਿਸ ਦਾ ਪੂਰਾ ਪ੍ਰੋਸੈਸ ਲਿਖਣ ਨੂੰ ਆਂਦਾ ਤੁਹਾਨੂੰ ਇੰਟਰਫੇਸ ਇੰਨਾ ਨਹੀਂ ਡਿਸਕ੍ਰਾਈਬ ਕਰਨਾ ਪੈਂਦਾ, ਤੁਸੀਂ ਜਸਟ 5 ਲਾਈਨਸ ਚ ਆਪਣਾ ਇੰਟਰਫੇਸ ਖਤਮ ਕਰ ਸਕਦੇ ਹੋ। ਇੱਕ ਲਾਈਨ ਚ ਕਹਿ ਸਕਦੇ ਹੋ ਕਿ G1 ਫੇਸ ਜਿਹੜਾ ਜਨਰੇਟਿਵ ਫੇਸ ਆ, S ਫੇਸ ਚ ਸਿੰਥੇਸਿਸ ਹੁੰਦੀ ਹੈ, ਕਿਹੜੀ ਕਿਹੜੀ ਸਿੰਥੇਸਿਸ ਹੁੰਦੀ ਹੈ ਸਿੰਪਲ ਲਿਖ ਦੋ, ਐਂਡ G2 ਫੇਸ ਚ ਤੁਸੀਂ ਲਿਖ ਸਕਦੇ ਹੋ ਕਿ ਉਹਨਾਂ ਚ ਜੋ ਇੰਜ਼ਾਈਮਸ ਵਗੈਰਾ ਬਣਦੇ ਨੇ। ਠੀਕ ਹੈ, ਮਤਲਬ ਕਿ ਅਗਰ ਤੁਹਾਨੂੰ ਸੈਲ ਸਾਈਕਲ ਅਲੱਗ ਤੋਂ ਆਉਂਦਾ ਡੈਫੀਨੇਟਲੀ ਇੰਟਰਫੇਸ ਨੂੰ ਡਿਸਕ੍ਰਾਈਬ ਕਰੋਗੇ। ਅਗਰ ਤੁਹਾਨੂੰ ਮਾਈਟੋਸਿਸ ਮਾਇਓਸਿਸ ਆਉਂਦਾ ਹੈ ਕੁਐਸਚਨ ਬਹੁਤ ਲੈਂਥੀ ਹੁੰਦਾ ਹੈ, ਸੋ ਤੁਸੀਂ ਇੰਟਰਫੇਸ ਨੂੰ ਜਸਟ 5 ਲਾਈਨਸ ਚ ਖਤਮ ਕਰਕੇ ਮੇਜਰ ਜੋ ਇਹਨਾਂ ਦੇ ਪ੍ਰੋਸੈਸ ਆਪਣੇ ਆ ਮਾਈਟੋਸਿਸ ਐਂਡ ਮਾਇਓਸਿਸ ਦੇ ਉਹ ਡਿਸਕਸ ਕਰਨੇ ਆ। ਇੰਟਰਫੇਸ ਦੋਨਾਂ ਚ ਆਏਗਾ, ਬਟ ਜੋ ਬਾਅਦ ਵਾਲਾ ਪ੍ਰੋਸੈਸ ਹੈ ਇੰਟਰਫੇਸ ਤੋਂ ਸੈਕਿੰਡ ਫੇਸ ਜਿਹੜਾ ਸ਼ੁਰੂ ਹੁੰਦਾ ਹੈ ਇਸ ਆਪਣਾ ਪ੍ਰੋਸੈਸ, ਉਹ ਤੁਸੀਂ ਇਹਦਾ ਆਪਣੇ ਚ ਡਿਸਕ੍ਰਾਈਬ ਕਰੋਗੇ, ਇਸਦਾ ਆਪਣੇ ਚ ਡਿਸਕ੍ਰਾਈਬ ਕਰੋਗੇ। ठीक है, so hope you clear this thing beta। ठीक है, if you face any problem regarding any topic then you discuss with me, okay।